ਇਸ ਤੋਂ ਪਹਿਲਾਂ ਕਿ ਸਰਵਣ ਜੋਤ ਸ਼ਿਖਾ ਸਥਿਰ ਪ੍ਰਕਾਸ਼ ਦੇ ਨਾਲ ਬਲੇ, ਦੀਪ ਨੂੰ ਵਾਜੂ ਰਹਿਤ ਥਾਂ ਵਿੱਚ ਸੁਰੱਖਿਅਤ ਰੱਖਣਾ ਜ਼ਰੂਰੀ ਹੈ। ਬਦਲਦੀਆਂ ਹਵਾਵਾਂ ਦੇ ਸਾਹਮਣੇ ਹੋ ਕੇ ਪ੍ਰਕਾਸ਼ ਦੀ ਧਾਰਾ ਹਿੱਲਣ ਲੱਗੇਗੀ। ਉਸ ਦੀ ਹਿਲਦੀ ਲਾਟ ਨਾਲ ਆਤਮਾ ਦੇ ਰੌਸ਼ਨ ਮੰਦਰ ਉੱਤੇ ਭਰਮਾਊ ਕਾਲਾ ਅਤੇ ਸਦਾ ਬਦਲਣ ਵਾਲਾ ਪਰਛਾਵਾਂ ਪੈ ਜਾਏਗਾ। ਅਜਿਹਾ ਬਣਾ ਲੈਣਾ ਮਨ ਨੂੰ ਜਿਵੇਂ ਹਵਾ ਰਹਿਤ ਕੋਈ ਕਮਰਾ ਹੋਵੇ, ਜਿਸ ਵਿੱਚ ਕੋਈ ਦੀਵਾ ਜਗਦਾ ਹੋਵੇ ਤਾਂ ਕੰਬਦਾ ਨਾ ਹੋਵੇ। ਵਿਚਾਰ ਰਹਿਤ ਕਮਰਾ ਜਿਸ ਦਿਨ ਤੁਹਾਡੇ ਅੰਦਰ ਹੋ ਜਾਏਗਾ, ਵਾਜੂ ਰਹਿਤ ਹੋ ਜਾਏਗਾ। ਵਿਚਾਰ ਰਹਿਤ ਜਿਸ ਦਿਨ ਕਮਰਾ ਹੋ ਜਾਏਗਾ, ਅੰਦਰ ਦੀ ਜੋਤ ਸ਼ਿਖਾ ਜਗੇਗੀ ਪੂਰੇ ਪ੍ਰਕਾਸ਼ ਵਿੱਚ, ਜਰਾ ਵੀ ਬਿਨਾਂ ਕੰਬੇ। ਇੱਕ ਵੀ ਵਿਚਾਰ ਜੇਕਰ ਉਸ ਵਿੱਚ ਆਏਗਾ ਤਾਂ ਇਸ ਜੋਤ ਸ਼ਿਖਾ ਦੇ ਆਸ-ਪਾਸ ਆਇਆ ਵਿਚਾਰ ਮਨ ਦੀ ਕੰਧ ਉੱਤੇ ਪਰਛਾਵਾਂ ਬਣ ਜਾਏਗਾ। ਬਹੁਤ ਵਿਚਾਰ ਆ ਜਾਂਦੇ ਨੇ ਤਾਂ ਕੰਧ ਹਨੇਰੀ ਹੋ ਜਾਂਦੀ ਹੈ, ਕਿਉਂਕਿ ਜੋਤ ਸ਼ਿਖਾ ਬਿਲਕੁਲ ਰੰਗੀ ਜਾਂਦੀ ਹੈ। ਇੱਕ ਵੀ ਵਿਚਾਰ ਨਹੀਂ ਹੋਵੇਗਾ ਤਾਂ ਮੰਦਰ ਦੀ ਅੰਦਰਲੀ ਕੰਧ ਬਿਲਕੁਲ ਸਾਫ਼ ਸੁਥਰੀ ਸ਼ੁੱਧ ਨਿਰਦੋਸ਼ ਹੋਵੇਗੀ। ਇਹ ਪਰਛਾਵਾਂ ਜਰਾ ਵੀ ਨਹੀਂ ਬਣੇਗਾ। ਇਸ ਪਰਛਾਵੇਂ ਰਹਿਤ ਮਨ ਵਿੱਚ, ਇਸ ਅਣਕੰਮ ਬਾਜੂ ਰਹਿਤ ਕਮਰੇ ਵਿੱਚ ਉਹ ਘਟਨਾ ਵਾਪਰਦੀ ਹੈ ਜਿਸ ਨੂੰ ਅਸੀਂ ਬ੍ਰਹਮ ਗਿਆਨ ਕਹਿੰਦੇ ਹਾਂ। ਇਸ ਦੇ ਲਈ ਇਹ ਸਾਰੀ ਤਿਆਰੀ ਵਿੱਚੋਂ ਦੀ ਗੁਜ਼ਰਨ ਦੀ ਜ਼ਰੂਰਤ ਹੈ। ਜੇ ਅਸੀਂ ਨਾ ਗੁਜ਼ਰਾਂਗੇ ਤਾਂ ਸਾਡਾ ਮਨ ਕਦੇ ਵੀ ਸਥਿਰ ਨਹੀਂ ਹੋਵੇਗਾ। ਮਨ ਦੀ ਸਥਿਰਤਾ ਦੇ ਲਈ ਸਾਨੂੰ ਸਭ ਕੁਝ ਕਰਨਾ ਪਏਗਾ, ਤਾਂ ਹੀ ਸਾਡਾ ਮਨ ਸਥਿਰ ਹੋਏਗਾ। ਕਾਮ ਵਾਸ਼ਨਾ ਉੱਤੇ ਜਿੱਤ ਪਾਉਣੀ ਅਤੀ ਕਠਿਨ ਹੈ। ਇਸ ਲਈ ਜਿਹੜੇ ਜਿੱਤ ਪਾ ਲੈਂਦੇ ਨੇ ਉਹ ਬੜੇ ਮੰਦ ਨਾਲ ਭਰੇ ਜਾਂਦੇ ਨੇ। ਬ੍ਰਹਮਚਰਜ ਦਾ ਇੱਕ ਮੱਧ ਹੈ, ਕਾਮ ਵਾਸ਼ਨਾ ਦਾ ਇੱਕ ਮੱਧ ਹੈ। ਇਹ ਤਾਂ ਤੁਸੀਂ ਸੁਣਿਆ ਹੋਵੇਗਾ ਕਿ ਕਾਮ ਵਾਸ਼ਨਾ ਨਾਲ ਭਰਿਆ ਹੋਇਆ ਆਦਮੀ ਮੂਰਖ ਹੁੰਦਾ ਹੈ, ਮਦਮਸਤ ਹੁੰਦਾ ਹੈ। ਲੇਕਿਨ ਕੀ ਤੁਸੀਂ ਕਦੇ ਸੁਣਿਆ ਕਿ ਬ੍ਰਹਮਚਰ ਹਾਸਲ ਹੁੰਦਾ ਹੈ? ਤਾਂ ਕਾਮ ਵਾਸ਼ਨਾ ਤੋਂ ਵੀ ਵੱਡਾ ਮੱਧ ਆਦਮੀ ਦੇ ਦਿਮਾਗ ਨੂੰ ਘੇਰ ਲੈਂਦਾ ਹੈ। ਸੁਭਾਵਿਕ ਹੀ ਇੰਨੀ ਕਠਿਨ ਹੈ ਕਿ ਇਹ ਜਿੱਤ ਜਦ ਮਿਲਦੀ ਹੈ ਤਾਂ ਆਦਮੀ ਨੱਚ ਉੱਠਦਾ ਹੈ, ਝੂਮ ਉੱਠਦਾ ਹੈ। ਇੱਕ ਬੜੀ ਗਹਿਰੀ ਸੂਖਮ ਹੰਕਾਰ ਦੀ ਭਾਵਨਾ ਜਾਗਦੀ ਹੈ ਕਿ ਮੈਂ ਬ੍ਰਹਮਚਰਜ ਨੂੰ ਪਾ ਲਿਆ ਤੇ ਮੈਂ ਕਾਮ ਵਾਸ਼ਨਾ ਨੂੰ ਜਿੱਤ ਲਿਆ, ਹੁਣ ਮੈਂ ਵਿਜੇਤਾ ਹੋ ਗਿਆ। ਇਹ ਯੁੱਧ ਸਭ ਤੋਂ ਵੱਡਾ ਯੁੱਧ ਹੈ। ਮਹਾਵੀਰ ਨੇ ਕਿਹਾ ਹੈ ਕਿ ਸਾਰੀ ਪ੍ਰਿਥਵੀ ਨੂੰ ਜਿੱਤ ਲੈਣਾ ਆਸਾਨ ਹੈ, ਲੇਕਿਨ ਅੰਦਰ ਦੀ ਕਾਮ ਵਾਸ਼ਨਾ ਨੂੰ ਜਿੱਤਣਾ ਅਤੀ ਕਠਿਨ ਹੈ। ਸਿਕੰਦਰ ਜੇਕਰ ਆਕੜ ਜਾਂਦਾ ਹੋਵੇ ਦੁਨੀਆ ਨੂੰ ਜਿੱਤ ਕੇ, ਜੋ ਕਿ ਇੰਨੀ ਕਠਿਨ ਨਹੀਂ ਹੈ, ਤਾਂ ਬ੍ਰਹਮਚਰ ਨੂੰ ਆਕੜ ਨਹੀਂ ਆਉਂਦੀ ਹੋਵੇਗੀ, ਜੋ ਸਿਕੰਦਰ ਤੋਂ ਵੀ ਵੱਧ ਕਠਿਨ ਕੰਮ ਕਰ ਚੁੱਕਾ ਹੈ। ਦੁਨੀਆ ਨੂੰ ਜਿੱਤਣਾ ਤਾਂ ਰੂਪਾਂ ਨੂੰ ਜਿੱਤਣਾ ਹੈ, ਕਾਮ ਵਾਸ਼ਨਾ ਨੂੰ ਜਿੱਤਣਾ ਉਸ ਸ਼ਕਤੀ ਨੂੰ ਜਿੱਤਣਾ ਹੈ ਜੋ ਦੁਨੀਆ ਦੇ ਰੂਪ ਤੋਂ ਪੈਦਾ ਹੁੰਦੀ ਹੈ। ਉਸ ਮੂਲ ਸੋਮੇ ਨੂੰ ਜਿੱਤ ਲੈਣਾ ਜਿਸ ਤੋਂ ਦੁਨੀਆ ਬਣਦੀ ਹੈ। ਇਹ ਸੂਤਰ ਕਹਿੰਦਾ ਕਿ ਕਾਮ ਵਾਸ਼ਨਾ ਨੂੰ ਤੂੰ ਜਿੱਤ ਲਿਆ ਹੈ, ਪਰ ਧਿਆਨ ਰੱਖੀ ਤੇਰਾ ਕੰਮ ਅਜੇ ਪੂਰਾ ਨਹੀਂ ਹੋਇਆ। ਹੁਣ ਤੂੰ ਇੱਕ ਖਤਰੇ ਦੇ ਦੀਵਾਰ ਤੇ ਫਿਰ ਖੜਾ ਹੋ ਗਿਆ, ਜਿੱਥੇ ਇਹ ਜਿੱਤ ਤੇਰਾ ਮੱਧ ਬਣ ਸਕਦੀ ਹੈ, ਮੱਧ ਭਾਵ ਵਿਚਕਾਰ। ਹੁਣ ਤੂੰ ਇਸ ਦੀਪ ਦੇ ਆਸ-ਪਾਸ, ਇਹ ਜੋ ਮਹਾਸਾਗਰ ਵਿੱਚ ਛੋਟਾ ਜਿਹਾ ਇੱਕ ਦੀਪ ਤਿਆਰ ਹੋ ਗਿਆ ਹੈ ਤੇਰੇ ਬ੍ਰਹਮਚਰਜ ਦਾ, ਜਗਤ ਤਾਂ ਕਾਮ ਵਾਸ਼ਨਾ ਦਾ ਸਾਗਰ ਹੈ। ਇਸ ਵਿੱਚ ਤੂੰ ਇੱਕ ਛੋਟਾ ਜਿਹਾ ਦੀਪ ਬਣਾ ਲਿਆ, ਆਈਲੈਂਡ। ਇਸ ਚਾਰ ਚੁਫੇਰੇ ਜੋ ਸਾਗਰ ਹੈ, ਇਹ ਤੇਰੇ ਦੀਪ ਨੂੰ ਕਿਸੇ ਵੀ ਛਿਣ ਡੋਬ ਕੇ ਰੱਖ ਸਕਦਾ ਹੈ। ਜੇ ਤੂੰ ਮੱਧ ਨਾਲ ਭਰ ਗਿਆ ਤਾਂ ਇਹ ਸਾਗਰ ਤੇਰੇ ਦੀਪ ਨੂੰ ਡੋਬ ਸਕਦਾ ਹੈ ਵਾਪਿਸ। ਇਸ ਪਵਿੱਤਰ ਦੀਪ ਨੂੰ ਘੇਰਨ ਵਾਲੀ ਕੰਧ ਨੂੰ ਉਸਾਰਨ 'ਚ ਲੱਗ, ਅਜੇ ਕੰਮ ਬਾਕੀ ਹੈ। ਇਹੀ ਉਹ ਬੰਨ ਹੋਵੇਗਾ ਜੋ ਤੇਰੇ ਮਨ ਦੀ ਉਸ ਮੱਧ ਅਤੇ ਉਸ ਸੰਤੁਸ਼ਟੀ ਤੋਂ ਰੱਖਿਆ ਕਰੇਗੀ, ਜੋ ਵੱਡੀ ਪ੍ਰਾਪਤੀ ਦੇ ਵਿਚਾਰ ਤੋਂ ਪੈਦਾ ਹੁੰਦੀ ਹੈ। ਮੱਧ ਅਤੇ ਸੰਤੁਸ਼ਟੀ ਦੋ ਖਤਰੇ ਨੇ।
ਇੱਕ ਤਾਂ ਇਸ ਗੱਲ ਦਾ ਮੱਧ ਕਿ ਪਾ ਲਿਆ, ਜੋ ਪਾਉਣਾ ਅਤੀ ਕਠਿਨ ਸੀ ਉਹ ਮਿਲ ਗਿਆ। ਜਿਸ ਦੀ ਖੋਜ ਸੀ ਜਨਮਾਂ ਜਨਮਾਂ ਤੋਂ, ਜਿਸ ਨੂੰ ਹਜ਼ਾਰਾਂ ਵਾਰ ਕੋਸ਼ਿਸ਼ ਕਰਕੇ ਵੀ ਨਹੀਂ ਪਾ ਸਕੇ ਸੀ, ਉਹ ਪਾ ਲਿਆ। ਇਹ ਮੱਧ ਹੰਕਾਰ ਹਮੀ ਹੋਈ। ਉਸ ਤੋਂ ਵੀ ਖਤਰਨਾਕ ਇੱਕ ਹੋਰ ਗੱਲ ਹੋ ਗਈ, ਇੱਕ ਗਹਿਰੀ ਸੰਤੁਸ਼ਟੀ, ਇੱਕ ਕੰਟੈਂਟਮੈਂਟ ਕਿ ਹੁਣ ਠੀਕ ਪਹੁੰਚ ਗਏ ਆ, ਮੰਜ਼ਿਲ ਆ ਗਈ ਹੈ, ਹੁਣ ਕੁਝ ਕਰਨ ਨੂੰ ਨਹੀਂ ਰਿਹਾ। ਇਹ ਸੰਤੁਸ਼ਟੀ ਵੀ ਤੁਹਾਡੇ ਲਈ ਖਤਰਾ ਹੈ, ਕਿਉਂਕਿ ਤਦ ਵਿਕਾਸ ਬੰਦ ਹੋ ਜਾਂਦਾ ਹੈ। ਜਿੱਥੇ ਸੰਤੋਖ ਹੈ ਉੱਥੇ ਵਿਕਾਸ ਖਤਮ ਹੋ ਜਾਂਦਾ ਹੈ। ਇਸ ਲਈ ਜਿੱਥੇ ਅੱਗੇ ਵਿਕਾਸ ਨਾ ਹੋਵੇ ਉੱਥੇ ਹੀ ਸੰਤੁਸ਼ਟ ਹੋਣਾ, ਉਸ ਤੋਂ ਪਹਿਲਾਂ ਸੰਤੁਸ਼ਟ ਨਾ ਹੋਣਾ। ਪਰਮਾਤਮਾ ਹੋ ਜਾਣ ਤੋਂ ਪਹਿਲਾਂ ਸਭ ਸੰਤੋਖ ਖਤਰਨਾਕ ਹੈ, ਕਿਉਂਕਿ ਇਸ ਦਾ ਮਤਲਬ ਹੈ ਤੁਸੀਂ ਸੰਤੁਸ਼ਟ ਹੋਏ, ਉੱਥੇ ਬੈਠ ਗਏ। ਪਰਮਾਤਮਾ ਹੋ ਕੇ ਹੀ ਸੰਤੁਸ਼ਟ ਹੋਣਾ, ਕਿਉਂਕਿ ਫਿਰ ਬੈਠਣ ਵਿੱਚ ਕੋਈ ਹਰਜ ਨਹੀਂ, ਕਿਉਂਕਿ ਚੱਲਣ ਨੂੰ ਅੱਗੇ ਕੋਈ ਥਾਂ ਨਹੀਂ ਬਚੀ। ਇਸ ਤੋਂ ਪਹਿਲਾਂ ਚੱਲਣ ਦੀ ਥਾਂ ਬਾਕੀ ਹੈ। ਜਿੱਥੇ ਜਿੱਥੇ ਸੰਤੋਖ ਉੱਥੇ ਉੱਥੇ ਖਤਰਾ ਹੈ। ਅਸੰਤੋਖ ਨੂੰ ਜਗਾਈ ਰੱਖਣਾ ਜ਼ਰੂਰੀ ਹੈ। ਇਹ ਬ੍ਰਹਮਚਰਜ ਜਦ ਹਾਸਲ ਹੁੰਦਾ ਹੈ ਤਦ ਬੜੀ ਗਹਿਰੀ ਤ੍ਰਿਪਤੀ ਮਿਲਦੀ ਹੈ, ਸੰਤੋਖ ਮਿਲਦਾ ਅੰਦਰ, ਰੋਮ ਰੋਮ ਜਿਵੇਂ ਤ੍ਰਿਪਤ ਹੋ ਜਾਂਦਾ ਹੈ। ਕੁਝ ਪਾਉਣ ਨੂੰ ਨਹੀਂ ਬਚਿਆ, ਅਜਿਹਾ ਲੱਗਦਾ ਹੈ ਕਿ ਭੁਲੇਖਾ ਹੈ, ਅਜੇ ਪਾਉਣ ਨੂੰ ਬਚਿਆ ਹੈ, ਅਜੇ ਪਾਉਣ ਨੂੰ ਬਹੁਤ ਕੁਝ ਬਚਿਆ ਹੈ। ਇਹ ਤਾਂ ਜੋ ਪਾਇਆ ਹੈ, ਇਹ ਸਿਰਫ ਸ਼ਕਤੀ ਹੈ ਜਿਸ ਦਾ ਉਪਯੋਗ ਕਰਨਾ ਹੈ। ਹੁਣ ਜੋ ਅਸਲੀ ਪਾਉਣ ਨੂੰ ਹੈ ਉਹਦੇ ਲਈ ਇਹ ਤਾਂ ਇਉਂ ਹੈ ਕਿ ਇੱਕ ਆਦਮੀ ਨੇ ਧਨ ਕਮਾ ਲਿਆ, ਤ੍ਰਿਪਤ ਹੋ ਕੇ ਬੈਠ ਗਿਆ ਤਿਜੋਰੀ ਦੇ ਕੋਲ। ਧਨ ਦਾ ਕੋਈ ਮੁੱਲ ਹੈ ਨਹੀਂ ਜੇਕਰ ਉਹਨੇ ਇਸਤੇਮਾਲ ਨਹੀਂ ਕੀਤਾ। ਧਨ ਦਾ ਮੁੱਲ ਤਾਂ ਹੀ ਹੈ ਕਿ ਜੋ ਖਰੀਦਣਾ ਸੀ ਉਹ ਖਰੀਦਿਆ ਜਾ ਸਕੇ, ਸ਼ਕਤੀ ਕੋਲ ਹੈ। ਲੇਕਿਨ ਤੁਸੀਂ ਦੇਖਦੇ ਹੋ ਧਨੀ ਲੋਕ ਕਮਾ ਕੇ ਤਿਜੋਰੀ ਦੇ ਰਾਖੇ ਬਣ ਕੇ ਬਹਿ ਜਾਂਦੇ ਨੇ। ਇਹ ਮੂਰਖਤਾ ਹੈ, ਕਿਉਂਕਿ ਧਨ ਕਮਾਇਆ ਹੀ ਇਸ ਲਈ ਸੀ ਕੁਝ ਵਾਸ਼ਨਾਵਾਂ ਤ੍ਰਿਪਤ ਕਰਨੀਆਂ ਨੇ। ਇਸ ਧਨ ਦੇ ਬਿਨਾਂ ਤ੍ਰਿਪਤ ਨਹੀਂ ਹੋ ਸਕਦੀਆਂ ਸਾਨੂੰ ਵਾਸ਼ਨਾਵਾਂ। ਇਸ ਧਨ ਨਾਲ ਹੁਣ ਤ੍ਰਿਪਤੀ ਹੋ ਸਕਦੀ ਹੈ। ਧਨ ਕਮਾਉਂਦਾ ਕਮਾਉਂਦਾ ਭੁੱਲ ਹੀ ਜਾਂਦਾ ਆਦਮੀ ਕਿ ਧਨ ਕਿਸ ਲਈ ਕਮਾਇਆ ਹੈ। ਅਖੀਰ ਵਿੱਚ ਅਜਿਹਾ ਲੱਗਦਾ ਹੈ ਕਿ ਧਨ ਦੀ ਖਾਤਰ ਹੀ ਧਨ ਕਮਾਇਆ ਹੈ। ਤਦ ਧਨ ਦੀ ਤਿਜੋਰੀ ਕੋਲ ਸੰਭਲ ਕੇ ਬੈਠ ਜਾਂਦਾ ਹੈ, ਫਿਰ ਉਹ ਰਾਖਾ ਬਣ ਜਾਂਦਾ ਹੈ। ਧਨਾੜ ਲੋਕ ਅਕਸਰ ਪਹਿਰੇਦਾਰ ਤੋਂ ਵੱਧ ਨਹੀਂ ਹੁੰਦੇ। ਇਹ ਵੱਡੀ ਮੂਰਖਤਾ ਹੈ। ਇਹ ਤਾਂ ਸਾਰਾ ਜੀਵਨ ਵਿਅਰਥ ਗਿਆ। ਫਿਰ ਇਹ ਅਸੀਂ ਭੁੱਲ ਹੀ ਗਏ ਕਿ ਕਿਸ ਦੇ ਲਈ ਧਨ ਕਮਾਇਆ ਸੀ। ਇਹ ਤਾਂ ਸਾਧਨ ਹੀ ਸਾਧਨਯੋਗ ਬਣ ਗਿਆ। ਤਾਂ ਤੁਹਾਡੀ ਤਿਜੋਰੀ ਵਿੱਚ ਸੋਨੇ ਦੀ ਇੱਟ ਰੱਖੀ ਹੈ ਕਿ ਮਿੱਟੀ ਦੀ ਇੱਟ ਰੱਖੀ ਹੈ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਤੁਸੀਂ ਪਹਿਰਾ ਦੇਣ ਵਾਲੇ ਬਣ ਗਏ। ਜੇ ਕਿਸੇ ਧਨਾੜ ਦੀ ਤਿਜੋਰੀ ਵਿੱਚੋਂ ਰਾਤੋਂ ਰਾਤ ਉਸ ਦੀਆਂ ਸਭ ਸੋਨੇ ਦੀਆਂ ਇੱਟਾਂ ਕੱਢ ਕੇ ਮਿੱਟੀ ਦੀਆਂ ਰੱਖ ਦਿੱਤੀਆਂ ਜਾਣ ਤਾਂ ਵੀ ਉਸ ਨੂੰ ਬਸ ਇਹੀ ਪਤਾ ਨਹੀਂ ਲੱਗਣਾ ਚਾਹੀਦਾ ਕਿ ਉਸ ਤਿਜੋਰੀ 'ਤੇ ਪਹਿਰਾ ਦਿੰਦਾ ਰਹਿੰਦਾ ਉਹ। ਜੇ ਉਹਨੂੰ ਨਹੀਂ ਪਤਾ ਲੱਗਦਾ ਇੱਟਾਂ ਮਿੱਟੀ ਦੀਆਂ ਨੇ ਜਾਂ ਸੋਨੇ ਦੀਆਂ ਨੇ, ਉਹਨੂੰ ਓਨਾ ਹੀ ਆਨੰਦ ਮਿਲਦਾ ਰਹੇਗਾ, ਕਿਉਂਕਿ ਸੋਨੇ ਅਤੇ ਮਿੱਟੀ ਵਿੱਚ ਫਰਕ ਤਦ ਹੈ ਜਦ ਇਸਤੇਮਾਲ ਕਰਨਾ ਹੋਵੇ, ਨਹੀਂ ਤਾਂ ਕੋਈ ਫਰਕ ਨਹੀਂ ਹੈ। ਇਹ ਜੋ ਬ੍ਰਹਮਚਰਜ ਦੀ ਅਵਸਥਾ ਪ੍ਰਾਪਤ ਹੋਵੇਗੀ ਤਾਂ ਧਨਾੜ ਵਰਗੀ ਕੰਜੂਸੀ ਆ ਜਾ ਸਕਦੀ ਹੈ ਜੇ ਤੁਸੀਂ ਤ੍ਰਿਪਤ ਹੋ ਜਾਵੋ। ਬ੍ਰਹਮਚਰਜ ਸ਼ਕਤੀ ਹੈ, ਸਾਧਨ ਹੈ, ਯੋਗ ਨਹੀਂ ਹੈ। ਸਾਧਨ ਯੋਗ ਤਾਂ ਬ੍ਰਹਮ ਹੈ। ਇਸ ਬ੍ਰਹਮਚਰਜ ਤੋਂ ਮਿਲੀ ਸ਼ਕਤੀ ਦਾ ਉਪਯੋਗ ਹੋ ਸਕਦਾ ਹੈ। ਹੁਣ ਤੁਹਾਡੇ ਕੋਲ ਉਹ ਤਾਕਤ ਹੈ, ਉਹ ਗਤੀ ਹੈ, ਉਹ ਜਾਨ ਹੈ, ਉਹ ਕਿਸ਼ਤੀ ਹੁਣ ਤੁਹਾਡੇ ਕੋਲ ਹੈ ਜਿਸ ਵਿੱਚ ਬੈਠ ਕੇ ਤੁਸੀਂ ਦੂਜੇ ਕੰਢੇ 'ਤੇ ਜਾ ਸਕਦੇ ਹੋ। ਇਸ ਕਿਸ਼ਤੀ ਦੀ ਪੂਜਾ ਕਰਨ ਨਾ ਲੱਗ ਜਾਣਾ, ਬੈਠ ਨਾ ਜਾਣਾ ਕੰਢੇ ਉੱਤੇ ਹੀ। ਇਸ ਕਿਸ਼ਤੀ ਨੂੰ ਸਜਾ ਕੇ ਉਸਤਵ ਮਨਾਉਣ ਨਾ ਲੱਗ ਜਾਣਾ, ਤ੍ਰਿਪਤ ਨਾ ਹੋ ਜਾਣਾ ਕਿ ਕਿਸ਼ਤੀ ਮਿਲ ਗਈ, ਕਿਉਂਕਿ ਕਿਸ਼ਤੀ ਮਿਲਣ ਨਾਲ ਹੁੰਦਾ ਕੀ ਹੈ? ਕੁਝ ਨਹੀਂ ਹੁੰਦਾ। ਕੁਝ ਹੁੰਦਾ ਤਾਂ ਕਿਸ਼ਤੀ ਵਿੱਚ ਯਾਤਰਾ ਕਰਨ ਨਾਲ ਹੁੰਦਾ। ਬ੍ਰਹਮਚਰਜ ਕਿਸ਼ਤੀ ਹੈ। ਇਸ ਲਈ ਇਹ ਸੂਤਰ ਕਹਿੰਦਾ ਹੈ ਕਿ ਮਦ ਅਤੇ ਸੰਤੁਸ਼ਟੀ ਤੋਂ ਰੱਖਿਆ ਕਰਨ ਦੀ ਜ਼ਰੂਰਤ ਹੈ। ਹੰਕਾਰ ਦਾ ਭਾਵ ਕੰਮ ਨੂੰ ਵਿਗਾੜ ਕੇ ਰੱਖ ਦਿੰਦਾ ਹੈ। ਇਸ ਲਈ ਮਜ਼ਬੂਤ ਬੰਨ੍ਹ ਬਣਾ, ਨਹੀਂ ਤਾਂ ਕਿਤੇ ਲੜਾਕੂ ਲਹਿਰਾਂ ਦਾ
ਭਿਆਨਕ ਹੜ੍ਹ ਜੋ ਮਹਾਸਾਗਰ ਦੇ ਮਾਇਆ ਦੇ ਸਮੁੰਦਰ ਤੋਂ ਆ ਕੇ ਇਸ ਦੇ ਕੰਢਿਆਂ 'ਤੇ ਚੜ੍ਹਾਈ ਅਤੇ ਚੋਟ ਕਰਦਾ ਹੈ। ਯਾਤਰੀ ਅਤੇ ਇਸ ਦੇ ਦੀਪ ਨੂੰ ਹੀ ਨਾ ਨਿਗਲ ਜਾਵੇ। ਹਾਂ, ਇਹ ਤਦ ਵੀ ਵਾਪਰ ਸਕਦਾ ਹੈ ਜਦ ਜਿੱਤ ਪ੍ਰਾਪਤ ਹੋ ਗਈ ਹੋਵੇ। ਇਹ ਤਦ ਹੀ ਵਾਪਰ ਸਕਦਾ ਹੈ ਜਦ ਜਿੱਤ ਹਾਸਲ ਹੋ ਗਈ ਹੋਵੇ। ਜਰਾ ਜਿੰਨੀ ਗਫਲਤ ਅਤੇ ਜਿੱਤ ਵੀ ਹਾਰ ਵਿੱਚ ਤਬਦੀਲ ਹੋ ਸਕਦੀ ਹੈ। ਜਰਾ ਜਿੰਨੀ ਚੁੱਕ, ਜਰਾ ਜਿੰਨਾ ਭੁੱਲ ਠੇਠ ਆਖਰੀ ਛਿਣ ਵਿੱਚ ਵਾਪਸ ਮੁੜਨਾ ਹੋ ਸਕਦਾ ਹੈ। ਜਦ ਤੱਕ ਸਾਧਨ ਯੋਗ ਨਾ ਮਿਲ ਜਾਵੇ ਤਦ ਤੱਕ ਮੁੜਨਾ ਹੁੰਦਾ ਰਹਿ ਸਕਦਾ ਹੈ। ਜਦ ਤੱਕ ਸਾਧਨ ਹੀ ਹੱਥ ਵਿੱਚ ਹੈ ਤਦ ਤੱਕ ਯੋਗ ਸਾਧਨ ਖੋਇਆ ਜਾ ਸਕਦਾ ਹੈ। ਕਈ ਵਾਰ ਤਾਂ ਇਸੇ ਖਿਆਲ ਨਾਲ ਕਿ ਸਭ ਮਿਲ ਗਿਆ, ਜੋ ਮਿਲਿਆ ਸੀ ਉਹ ਖੋ ਗਿਆ। ਇਸ ਲਈ ਇਹ ਖਿਆਲ ਤਾਂ ਸਾਧਕ ਨੂੰ ਲਗਾਤਾਰ ਮਨ ਵਿੱਚ ਬਣਾਈ ਰੱਖਣਾ ਚਾਹੀਦਾ ਹੈ। ਕਿਤੇ ਵੀ ਤ੍ਰਿਪਤ ਨਹੀਂ ਹੋਣਾ ਚਾਹੀਦਾ। ਅਣਤ੍ਰਿਪਤੀ ਦੀ ਇੱਕ ਬਲਦੀ ਲਹਿਰ ਅੰਦਰ ਬਣੀ ਹੀ ਰਹੇ। ਇੱਕ ਲਾਟ ਕੇ ਹੋਰ ਰਾਹ ਹਲੇ ਬਾਕੀ ਹੈ। ਇੱਕ ਦਿਨ ਅਜਿਹਾ ਆਉਂਦਾ ਕਿ ਰਾਹ ਸਭ ਖਤਮ ਹੋ ਜਾਂਦੇ ਨੇ। ਉਸ ਦਿਨ ਫਿਰ ਅਣਤ੍ਰਿਪਤੀ ਦਾ ਕੋਈ ਕਾਰਨ ਨਹੀਂ ਰਹਿ ਜਾਂਦਾ। ਲੇਕਿਨ ਧਿਆਨ ਰੱਖਣਾ ਕਿ ਇਸ ਥਾਂ ਦੀ ਪਛਾਣ ਕੀ ਹੈ। ਜਰਾ ਜਟਿਲ ਗੱਲ ਹੈ। ਕਿਵੇਂ ਪਛਾਣੋਗੇ ਉਹ ਥਾਂ ਆ ਗਈ ਜਿੱਥੇ ਹੁਣ ਅਣਤ੍ਰਿਪਤੀ ਦਾ ਕੋਈ ਕਾਰਨ ਨਹੀਂ ਹੈ। ਜਿਸ ਦਿਨ ਤ੍ਰਿਪਤੀ ਦਾ ਕੋਈ ਕਾਰਨ ਨਾ ਰਹਿ ਜਾਵੇ ਉਸ ਦਿਨ ਸਮਝ ਲੈਣਾ ਕਿ ਹੁਣ ਅਣਤ੍ਰਿਪਤੀ ਦਾ ਵੀ ਕੋਈ ਕਾਰਨ ਨਹੀਂ ਰਹਿ ਗਿਆ। ਇਸ ਲਈ ਜਟਿਲ ਹੈ ਗੱਲ। ਜਿੱਥੇ ਮਨ ਵਿੱਚ ਨਾ ਤ੍ਰਿਪਤੀ ਰਹਿ ਜਾਵੇ ਨਾ ਅਣਤ੍ਰਿਪਤੀ ਰਹਿ ਜਾਵੇ, ਸਮਝਣਾ ਕਿ ਮੰਜ਼ਿਲ ਆ ਗਈ। ਜੇ ਤ੍ਰਿਪਤੀ ਵੀ ਪ੍ਰਤੀਤ ਹੋ ਰਹੀ ਹੋਵੇ ਤਾਂ ਸਮਝਣਾ ਅਜੇ ਮੰਜ਼ਿਲ ਨਹੀਂ ਹੈ। ਕੋਈ ਆਉਂਦਾ ਹੈ ਮੇਰੇ ਕੋਲ ਤੇ ਕਹਿੰਦਾ ਹੈ ਕਿ ਧਿਆਨ ਵਿੱਚ ਬੜੀ ਸ਼ਾਂਤੀ ਹੈ, ਤਾਂ ਮੈਂ ਉਸ ਨੂੰ ਕਹਿੰਦਾ ਅਜੇ ਅਸ਼ਾਂਤੀ ਕਾਇਮ ਹੈ। ਨਹੀਂ ਤਾਂ ਸ਼ਾਂਤੀ ਦਾ ਅਨੁਭਵ ਕਿਵੇਂ ਹੋ ਸਕਦਾ ਸੀ। ਸ਼ਾਂਤੀ ਦਾ ਅਨੁਭਵ ਤਾਂ ਅਸ਼ਾਂਤੀ ਦੀ ਪਿੱਠ ਭੂਮੀ ਵਿੱਚ ਹੁੰਦਾ ਹੈ। ਜਿਵੇਂ ਕਿ ਕਾਲੀ ਲਕੀਰ ਖਿੱਚਣੀ ਹੋਵੇ ਤਾਂ ਸਫੈਦ ਕੱਪੜੇ ਉੱਤੇ ਖਿੱਚੀ ਜਾ ਸਕਦੀ ਹੈ। ਸਫੈਦ ਲਕੀਰ ਖਿੱਚਣੀ ਹੋਵੇ ਤਾਂ ਕਾਲੇ ਬਲੈਕ ਬੋਰਡ ਉੱਤੇ ਖਿੱਚੀ ਜਾਂਦੀ ਹੈ। ਸਫੈਦ ਕੰਧ ਉੱਤੇ ਸਫੈਦ ਲਕੀਰ ਨਹੀਂ ਖਿੱਚੀ ਜਾਂਦੀ, ਦਿਖਾਈ ਨਹੀਂ ਪਏਗੀ। ਸਫੈਦ ਲਕੀਰ ਕਾਲੀ ਕੰਧ ਉੱਤੇ ਹੀ ਖਿੱਚਣੀ ਪਏਗੀ। ਕਾਲੀ ਕੰਧ ਉੱਤੇ ਹੀ ਦਿਖਾਈ ਪੈ ਸਕਦੀ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਬੜੀ ਸ਼ਾਂਤੀ ਆ ਰਹੀ ਹੈ ਤਾਂ ਅੰਦਰ ਅਸ਼ਾਂਤੀ ਦੀ ਕੰਧ ਅਜੇ ਮੌਜੂਦ ਹੈ, ਨਹੀਂ ਤਾਂ ਸ਼ਾਂਤੀ ਦਿਖਾਈ ਨਹੀਂ ਪੈ ਸਕਦੀ। ਉਸ ਦਾ ਪਤਾ ਹੀ ਨਹੀਂ ਲੱਗੇਗਾ। ਸ਼ਾਂਤੀ ਦਾ ਪਤਾ ਵੀ ਲੱਗਦਾ ਹੈ, ਤਾਂ ਹੀ ਲੱਗਦਾ ਹੈ ਅਸ਼ਾਂਤ ਆਦਮੀ ਦਾ ਹਿੱਸਾ ਹੈ। ਕਿਉਂਕਿ ਇਹ ਜ਼ਰਾ ਜਟਿਲ ਗੱਲ ਹੈ, ਜਟਿਲ ਮਾਮਲਾ ਹੈ। ਕਿਉਂਕਿ ਸਾਨੂੰ ਲੱਗਦਾ ਹੈ ਅਸ਼ਾਂਤ ਆਦਮੀ ਨੂੰ ਅਸ਼ਾਂਤੀ ਦਾ ਪਤਾ ਲੱਗਦਾ ਹੈ, ਪਰ ਇਹ ਵੀ ਉਸ ਨਾਲ ਇਸ ਲਈ ਲੱਗਦਾ ਹੈ ਕਿਉਂਕਿ ਉਸ ਨੂੰ ਵੀ ਸ਼ਾਂਤੀ ਦਾ ਕੁਝ ਅਨੁਭਵ ਹੈ। ਨਹੀਂ ਤਾਂ ਉਸ ਨੂੰ ਅਸ਼ਾਂਤੀ ਦਾ ਵੀ ਪਤਾ ਨਹੀਂ ਲੱਗ ਸਕਦਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਬਹੁਤ ਅਸ਼ਾਂਤ ਹੋ ਤਾਂ ਇਸ ਲਈ ਲੱਗਦਾ ਤੁਸੀਂ ਕਦੇ ਸ਼ਾਂਤੀ ਦੇ ਛਿਣਾਂ ਵਿੱਚ ਗਏ ਹੋ, ਤੁਹਾਨੂੰ ਕਦੇ ਸ਼ਾਂਤੀ ਮਿਲਦੀ ਸੀ। ਨਹੀਂ ਤਾਂ ਤੁਸੀਂ ਤੋਲੋਗੇ ਕਿਵੇਂ ਪਤਾ ਲੱਗੇਗਾ। ਤੁਹਾਨੂੰ ਲੱਗਦਾ ਹੈ ਕਿ ਤੁਸੀਂ ਬਿਮਾਰ ਹੋ ਕਿਉਂਕਿ ਤੁਹਾਨੂੰ ਤੰਦਰੁਸਤੀ ਦਾ ਅਨੁਭਵ ਹੈ। ਥੋੜ੍ਹਾ ਜਿਹਾ ਹੀ ਸਹੀ ਕਿਸੇ ਆਦਮੀ ਨੂੰ ਜੇਕਰ ਪਤਾ ਲੱਗਣ ਲੱਗੇ ਕਿ ਮੈਂ ਬਿਲਕੁਲ ਤੰਦਰੁਸਤ ਹਾਂ, ਮੈਂ ਬਿਲਕੁਲ ਸਿਹਤਮੰਦ ਹਾਂ, ਤਾਂ ਸਮਝਣਾ ਕਿ ਬਿਮਾਰੀ ਕਾਇਮ ਹੈ। ਕਿਉਂਕਿ ਇਹ ਪਤਾ ਕਿਵੇਂ ਲੱਗੇਗਾ। ਪਰਮ ਸਿਹਤਯਾਬੀ ਤਾਂ ਉਸ ਦਿਨ ਵਾਪਰਦੀ ਹੈ ਜਿਸ ਦਿਨ ਬਿਮਾਰੀ ਦਾ ਤਾਂ ਪਤਾ ਹੀ ਨਹੀਂ ਲੱਗਦਾ, ਤੰਦਰੁਸਤੀ ਦਾ ਪਤਾ ਹੀ ਨਹੀਂ ਲੱਗਦਾ। ਕਿਉਂਕਿ ਤੰਦਰੁਸਤੀ ਦਾ ਪਤਾ ਲੱਗਣ ਵਿੱਚ ਦੰਸ਼ ਹੈ। ਪੂਰਨ ਸ਼ਾਂਤੀ ਉਸ ਦਿਨ ਵਾਪਰਦੀ ਹੈ ਜਿਸ ਦਿਨ ਸ਼ਾਂਤੀ ਦਾ ਵੀ ਪਤਾ ਨਹੀਂ ਲੱਗਦਾ। ਤੁਸੀਂ ਬੁੱਧ ਤੋਂ ਪੁੱਛੋਗੇ ਤਾਂ ਉਹ ਇਹ ਨਹੀਂ ਕਹਿਣਗੇ ਕਿ ਮੈਂ ਸ਼ਾਂਤ ਹਾਂ, ਉਹ ਕਹਿਣਗੇ ਕੁਝ ਪਤਾ ਨਹੀਂ ਲੱਗਦਾ। ਸ਼ਾਂਤ ਹਾਂ, ਸ਼ਾਂਤੀ ਕੀ ਹੈ, ਅਸ਼ਾਂਤੀ ਕੀ ਹੈ, ਜਾਂ ਅਸ਼ਾਂਤ ਹਾਂ, ਇਹ ਵੀ ਪਤਾ ਨਹੀਂ ਲੱਗਦਾ। ਮੈਂ ਹਾਂ ਕਿ ਨਹੀਂ ਹਾਂ, ਕਿ ਮੇਰੇ ਹੋਣਾ ਨਾ ਹੋਣਾ, ਕੁਝ ਵੀ ਨਹੀਂ ਪਤਾ ਲੱਗਦਾ। ਜਦ ਤੱਕ ਇਹ ਤ੍ਰਿਪਤੀ ਹੈ ਤਦ ਤੱਕ ਸਮਝਣਾ ਕਿ ਅਜੇ ਅਣਤ੍ਰਿਪਤੀ ਕਾਇਮ ਹੈ। ਅਜੇ ਬੈਠਣਾ ਜਾਣਾ, ਯਾਤਰਾ ਜਾਰੀ ਰੱਖਣਾ। ਜਿਸ ਦਿਨ ਤ੍ਰਿਪਤੀ ਵੀ ਪ੍ਰਤੀਤ ਨਾ ਹੋਵੇ ਉਸ ਦਿਨ ਅਣਤ੍ਰਿਪਤੀ ਨੂੰ ਛੱਡਿਆ ਜਾ ਸਕਦਾ ਹੈ। ਛੁੱਟੀ ਗਈ ਉਸ ਦਿਨ ਫਿਰ ਕਿਤੇ ਜਾਣ ਨੂੰ ਨਹੀਂ ਬਚਿਆ। ਤੁਸੀਂ ਪਹੁੰਚ ਗਏ ਉੱਥੇ ਜਿੱਥੇ ਪਹੁੰਚਣਾ ਤੁਹਾਡੀ ਪ੍ਰਬਲ ਸੀ, ਇੱਛਾ ਸੀ ਤੁਹਾਡੀ, ਵਾਪਰ ਗਿਆ ਉਹ
ਜੋ ਬੀਜ ਤੁਹਾਡੇ ਵਿੱਚ ਛੁਪਿਆ ਸੀ ਉਹ ਫੁੱਲ ਬਣ ਗਿਆ, ਖੁੱਲ੍ਹ ਕੇ ਫੈਲ ਗਿਆ, ਪਸਰ ਗਿਆ, ਬ੍ਰਹਮ ਹੋ ਗਿਆ। ਤੇਰਾ ਦੀਪ ਹਿਰਨ ਦੇ ਵਾਂਗ ਹੈ, ਤੇਰੇ ਵਿਚਾਰ ਕੁੱਤੇ ਹਨ ਜੋ ਜੀਵਨ ਦੀ ਨਦੀ ਵਿੱਚ ਉਸ ਦੀ ਯਾਤਰਾ ਦਾ ਪਿੱਛਾ ਕਰਕੇ ਉਸ ਦੀ ਪੇਸ਼ਕਦਮੀ ਨੂੰ ਰੋਕਦੇ ਹਨ। ਉਸ ਹਿਰਨ ਦੇ ਲਈ ਸ਼ੌਂਕ ਹੈ ਕਿ ਜਿਸ ਨੂੰ ਭੌਂਕਦੇ ਕੁੱਤੇ ਉਸ ਦੇ ਧਿਆਨ ਮਾਰਗ ਨਾਂ ਦੇ ਸ਼ਰਨ ਅਸਥਾਨ 'ਤੇ ਪੁੱਜਣ ਤੋਂ ਪਹਿਲਾਂ ਹੀ ਮਾਤ ਕਰ ਦਿੰਦੇ ਨੇ। ਜਿਵੇਂ ਕੋਈ ਸ਼ਿਕਾਰੀ ਜਾਂ ਸ਼ਿਕਾਰੀ ਕੁੱਤੇ ਇੱਕ ਹਿਰਨ ਦਾ ਪਿੱਛਾ ਕਰ ਰਹੇ ਹੋਣ ਤਾਂ ਉਹ ਦੌੜ ਦੌੜ ਕੇ ਉਸ ਦੇ ਰਾਹ ਨੂੰ ਰੋਕਦੇ ਨੇ, ਚਾਰ ਚੁਫੇਰਿਆਂ ਤੋਂ ਘੇਰ ਕੇ ਉਸ ਨੂੰ ਨਸ਼ਟ ਕਰ ਦੇਣ ਦੀ ਤਿਆਰੀ ਕਰਦੇ ਨੇ। ਇਸ ਉੱਤਰ ਦ੍ਰਿਸ਼ਟਾਂਤ ਦੇ ਲਈ ਕਹਿੰਦਾ ਹੈ ਕਿ ਤੇਰਾ ਧਿਆਨ ਤਾਂ ਤੇਰਾ ਹਿਰਨ ਹੈ, ਤੇਰੇ ਵਿਚਾਰ ਹਨ ਸ਼ਿਕਾਰੀ ਕੁੱਤੇ ਜੋ ਤੇਰੇ ਧਿਆਨ ਨੂੰ ਹਰ ਪਾਸਿਓਂ ਰੋਕਦੇ ਹਨ। ਜੇਕਰ ਧਿਆਨ ਨੂੰ ਪਹੁੰਚਾਉਣਾ ਹੋਵੇ ਤਾਂ ਇਹਨਾਂ ਸ਼ਿਕਾਰੀ ਕੁੱਤਿਆਂ ਤੋਂ ਛੁਟਕਾਰਾ ਚਾਹੀਦਾ ਹੈ, ਲੇਕਿਨ ਅਸੀਂ ਧਿਆਨ ਨੂੰ ਪਹੁੰਚਣਾ ਹੋਵੇ ਤਾਂ ਇਹਨਾਂ ਸ਼ਿਕਾਰੀ ਕੁੱਤਿਆਂ ਨੂੰ ਰੋਕਣਾ ਚਾਹੀਦਾ ਹੈ। ਲੇਕਿਨ ਅਸੀਂ ਧਿਆਨ ਦੀ ਖੋਜ ਕਰਦੇ ਹਾਂ, ਇਹਨਾਂ ਵਿਚਾਰਾਂ ਨੂੰ ਵੀ ਆਪਣਾ ਮੰਨਦੇ ਹਾਂ। ਇਸ ਲਈ ਇਹ ਬੜੇ ਉਪਦਰਵ ਦੀ ਗੱਲ ਹੈ। ਜਿਸ ਨੂੰ ਧਿਆਨ ਚਾਹੀਦਾ ਉਸ ਨੂੰ ਵਿਚਾਰਾਂ ਨਾਲੋਂ ਇੱਕਮਿਕਤਾ ਤੋੜਨੀ ਪੈਣੀ ਹੈ। ਉਸ ਨੂੰ ਹੌਲੀ ਹੌਲੀ ਕਹਿਣਾ ਬੰਦ ਕਰਨਾ ਚਾਹੀਦਾ ਕਿ ਵਿਚਾਰ ਮੇਰੇ ਹਨ, ਧਿਆਨ ਦੇ ਇਲਾਵਾ ਤੁਹਾਡਾ ਕੁਝ ਵੀ ਨਹੀਂ ਹੈ। ਇੱਕ ਹੀ ਵਿਚਾਰ ਤੁਹਾਡਾ ਆਪਣਾ ਨਹੀਂ ਹੈ। ਸਭ ਵਿਚਾਰ ਉਧਾਰੇ ਹਨ, ਮਿਲੇ ਹਨ, ਕਿਸੇ ਨੇ ਦਿੱਤੇ ਹਨ। ਸਿੱਖਿਆ ਤੋਂ, ਸੰਸਕਾਰਾਂ ਤੋਂ, ਸਮਾਜ ਤੋਂ, ਸ਼ਾਸਤਰਾਂ ਤੋਂ, ਕਿਤੋਂ ਤਾਂ ਇਕੱਠੇ ਹੋਏ ਨੇ, ਧੂੜ ਦੀ ਤਰ੍ਹਾਂ ਤੁਹਾਡੇ ਅੰਦਰ ਜੰਮ ਗਏ ਹਨ, ਜਮਾਏ ਗਏ ਹਨ। ਕੋਈ ਬੱਚਾ ਵਿਚਾਰ ਲੈ ਕੇ ਪੈਦਾ ਨਹੀਂ ਹੁੰਦਾ, ਧਿਆਨ ਲੈ ਕੇ ਪੈਦਾ ਹੁੰਦਾ ਹਰ ਬੱਚਾ। ਵਿਚਾਰ ਤਾਂ ਅਸੀਂ ਦਿੰਦੇ ਹਾਂ, ਉਸ ਨੂੰ ਜ਼ਰੂਰੀ ਹੈ, ਉਪਯੋਗੀ ਹੈ। ਵਿਚਾਰ ਅਸੀਂ ਉਸ ਨੂੰ ਦਿੰਦੇ ਹਾਂ, ਉਸ ਦੇ ਧਿਆਨ ਦੀ ਸਮਰੱਥਾ ਤਾਂ ਅੰਦਰ ਹੁੰਦੀ ਹੈ। ਵਿਚਾਰ ਦੀ ਪਰਤ ਚਾਰ ਚੁਫੇਰੇ ਤੋਂ ਜੰਮ ਜਾਂਦੀ ਹੈ। ਵੱਡਾ ਹੋ ਕੇ ਇਹ ਭੁੱਲ ਹੀ ਜਾਂਦਾ ਹੈ ਕਿ ਉਸ ਦੇ ਅੰਦਰ ਧਿਆਨ ਦਾ ਵੀ ਕੋਈ ਕੇਂਦਰ ਹੈ। ਇਸ ਲਈ ਵਿਚਾਰ ਦੇ ਦਾਇਰੇ ਨਾਲ ਹੀ ਉਹ ਆਪਣੇ ਆਪ ਨੂੰ ਇੱਕ ਕਰ ਲੈਂਦਾ ਹੈ। ਕਹਿੰਦਾ ਹੈ ਕਿ ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ, ਮੈਂ ਜੈਨੀ ਹਾਂ, ਮੈਂ ਈਸਾਈ ਹਾਂ, ਮੈਂ ਸੋਸ਼ਲਿਸਟ ਹਾਂ, ਕਮਿਊਨਿਸਟ ਹਾਂ। ਕੁਝ ਵਿਚਾਰਾਂ ਦੀ ਪਰਤ ਨਾਲ ਖੁਦ ਨੂੰ ਜੋੜ ਲੈਂਦਾ ਹੈ ਕਿ ਇਹ ਮੈਂ ਹਾਂ। ਅੜਚਨ ਖੜੀ ਹੋ ਜਾਂਦੀ ਹੈ। ਵਿਚਾਰਾਂ ਦੀ ਪਰਤ ਬਾਹਰੋਂ ਆਈ ਹੈ, ਇਸ ਨੂੰ ਚੇਤੇ ਰੱਖਣਾ ਧਿਆਨ ਦਾ ਖੋਜੀ। ਕੋਈ ਵਿਚਾਰ ਤੁਹਾਡਾ ਨਹੀਂ ਹੈ, ਚੇਤਨਾ ਤੁਹਾਡੀ ਹੈ, ਚੇਤਨ ਤੁਹਾਡਾ ਹੈ, ਧਿਆਨ ਤੁਹਾਡਾ ਹੈ। ਵਿਚਾਰ ਪਰਾਏ ਹਨ, ਉਧਾਰੇ ਹਨ, ਉਹਨਾਂ ਨਾਲ ਆਪਣਾ ਸੰਬੰਧ ਨਾ ਜੋੜਨਾ, ਕਿਉਂਕਿ ਉਹਨਾਂ ਨਾਲ ਸੰਬੰਧ ਜੋੜ ਲਿਆ ਤਾਂ ਫਿਰ ਧਿਆਨ ਦਾ ਸੰਬੰਧ ਨਹੀਂ ਜੁੜ ਸਕੇਗਾ। ਧਿਆਨ ਵੱਲ ਨੂੰ ਚੱਲਣ ਵਾਲੇ ਵਿਅਕਤੀ ਨੂੰ ਵਿਚਾਰਾਂ ਨਾਲੋਂ ਆਪਣਾ ਸੰਬੰਧ ਜੋੜ ਲੈਣਾ ਚਾਹੀਦਾ ਹੈ। ਉਸ ਨੂੰ ਤਾਂ ਇੱਕ ਹੀ ਗੱਲ ਖਿਆਲ ਰੱਖਣੀ ਚਾਹੀਦੀ ਹੈ ਕਿ ਜਨਮ ਦੇ ਨਾਲ ਮੇਰੇ ਅੰਦਰ ਸੀ ਧਿਆਨ, ਉਹ ਸੀ ਮਹਿਜ ਚੇਤਨਾ। ਕਿਉਂਕਿ ਜੇ ਚੇਤਨਾ ਨਾ ਹੁੰਦੀ ਦੂਜੇ ਵਿਚਾਰਾਂ ਦੇ ਵੀ ਵਿਚਾਰ ਤੁਹਾਡੇ ਕੋਲ ਨਹੀਂ ਆ ਸਕਦੇ ਸੀ। ਇੱਕ ਪੱਥਰ ਨੂੰ ਵਿਚਾਰ ਦੇ ਕੇ ਦੇਖਣਾ, ਇੱਕ ਜਾਨਵਰ ਨੂੰ ਵਿਚਾਰ ਦੇ ਕੇ ਦੇਖਣਾ ਤਾਂ ਜਾਨਵਰ ਥੋੜ੍ਹੇ ਜਿਹੇ ਵਿਚਾਰ ਲੈ ਲਵੇਗਾ ਜਿੰਨੀ ਉਹਦੇ ਵਿੱਚ ਚੇਤਨਾ ਹੈ। ਪੱਥਰ ਬਿਲਕੁਲ ਨਹੀਂ ਲਵੇਗਾ, ਕਿਉਂਕਿ ਉਨੀ ਵੀ ਚੇਤਨਾ ਉਹਦੇ ਵਿੱਚ ਨਹੀਂ ਹੈ। ਵਿਚਾਰ ਆਦਮੀ ਲੈਂਦਾ ਹੈ ਕਿਉਂਕਿ ਚੇਤਨਾ ਉਹਦੇ ਕੋਲ ਹੈ। ਸ਼ੀਸ਼ਾ ਲੈ ਕੇ ਪੈਦਾ ਹੁੰਦਾ ਆਦਮੀ, ਇਸੇ ਲਈ ਸ਼ੀਸ਼ੇ ਉੱਤੇ ਧੂੜ ਇਕੱਠੀ ਹੋ ਜਾਂਦੀ ਹੈ। ਇਹ ਵਿਚਾਰ ਇਕੱਠੇ ਹੋ ਜਾਂਦੇ ਆ, ਲੇਕਿਨ ਤੁਹਾਡਾ ਧਿਆਨ ਨਸ਼ਟ ਨਹੀਂ ਹੁੰਦਾ। ਉਹ ਤੁਹਾਡੇ ਵਿੱਚ ਛੁਪਿਆ ਹੋਇਆ ਹੈ। ਜਿਸ ਦਿਨ ਵੀ ਪਰਤ ਤੁਹਾਡੇ ਤੋਂ ਅਲੱਗ ਹੋ ਗਈ, ਤੁਸੀਂ ਪ੍ਰਤੀਤੀ ਕਰ ਲਵੋਗੇ ਕਿ ਵਿਚਾਰ ਮੇਰੇ ਨਹੀਂ ਹਨ। ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਇਹ ਸਰੀਰ ਮੇਰਾ ਨਹੀਂ ਹੈ, ਇਹ ਸਰੀਰ ਮੇਰਾ ਨਹੀਂ, ਇਹ ਸਰੀਰ ਮੇਰਾ ਨਹੀਂ, ਮੈਂ ਆਤਮਾ। ਉਸ ਨਾਲ ਬਹੁਤ ਫਾਇਦਾ ਨਹੀਂ ਹੋਵੇਗਾ। ਬਹੁਤਾ ਗਹਿਰਾ ਫਾਇਦਾ ਇਸ ਨਾਲ ਹੋਵੇਗਾ ਕਿ ਕੋਈ ਵਿਚਾਰ ਮੇਰਾ ਨਹੀਂ ਹੈ। ਇਹ ਵਿਚਾਰ ਵੀ ਮੇਰਾ ਨਹੀਂ ਕਿ ਸਰੀਰ ਮੇਰਾ ਨਹੀਂ, ਇਹ ਵੀ ਤੁਹਾਡਾ ਹੈ, ਇਹ ਵੀ ਤੁਸੀਂ ਸਿੱਖਿਆ ਸੁਣਿਆ। ਵਿਚਾਰ ਮਾਤਰ ਨਾਲੋਂ ਆਪਣਾ ਸੰਬੰਧ ਨਿਖੇੜ ਲਵੋ, ਉਸ ਚੇਤਨਤਾ ਵਿੱਚ ਠਹਿਰਨ ਲੱਗੋ ਜੋ ਵਿਚਾਰ ਦੇ ਪਹਿਲਾਂ ਹੈ, ਵਿਚਾਰ ਦੇ ਬਾਅਦ ਹੈ। ਤਾਂ ਤੁਸੀਂ ਹਿਰਨ ਹੋ ਰਹੇ ਹੋ, ਸ਼ਿਕਾਰੀ ਕੁੱਤਿਆਂ ਤੋਂ ਬਚ ਰਹੇ ਹੋ। ਇਹ ਪ੍ਰਤੀਤੀ ਲਗਾਤਾਰ ਅੰਦਰ ਬਣੀ ਰਹੇ ਕਿ ਕੋਈ ਵਿਚਾਰ ਮੇਰਾ ਨਹੀਂ, ਵਿਚਾਰ ਮਾਤਰ ਪਰਾਏ ਹਨ, ਬਾਹਰੋਂ ਆਏ ਹਨ। ਜੋ ਮੇਰੇ ਅੰਦਰੋਂ ਆ ਰਿਹਾ ਹੈ ਉਹੀ ਮੇਰਾ ਹੈ।
ਜੋ ਮੈਂ ਜਨਮ ਤੋਂ ਪਹਿਲਾਂ ਸੀ, ਮੌਤ ਦੇ ਬਾਅਦ ਵੀ ਰਹੇਗਾ, ਉਹੀ ਮੇਰਾ ਹੈ। ਉਸ ਗਹਿਰੇ ਕੇਂਦਰ ਦੇ ਨਾਲ ਆਪਣੀ ਇਕਮਿਕਤਾ ਨੂੰ ਕਾਇਮ ਕਰਦੇ ਚਲੇ ਜਾਓ ਤਾਂ ਤੁਹਾਡੇ ਆਸ-ਪਾਸ ਉਹ ਬੰਨ ਉਸਰ ਜਾਏਗਾ ਜਿਸ ਬੰਨ ਨਾਲ ਇੱਕ ਮੰਦਰ ਦੇ ਨਾਜ਼ੁਕ ਦੀਪ ਦੀ ਰਾਖੀ ਹੋ ਸਕੇਗੀ। ਨਹੀਂ ਤਾਂ ਸਾਗਰ ਇਸ ਨੂੰ ਕਦੇ ਵੀ ਡੋਬ ਸਕਦਾ ਹੈ। ਚਾਰ ਚੁਫੇਰੇ ਵਿਚਾਰ ਦਾ ਸਾਗਰ ਹੈ। ਇਸ ਲਈ ਸਤਿਗੁਰੂ ਮੈਂ ਉਸ ਨੂੰ ਕਹਿੰਦਾ ਜੋ ਤੁਹਾਡੇ ਵਿਚਾਰ ਖੋਹ ਲਵੇ, ਜੋ ਤੁਹਾਨੂੰ ਵਿਰਵਾ ਕਰ ਦੇਵੇ, ਖਾਲੀ ਕਰ ਦੇਵੇ। ਸਤਿਗੁਰੂ ਉਸ ਨੂੰ ਨਹੀਂ ਕਹਿੰਦਾ ਜੋ ਤੁਹਾਨੂੰ ਨਵੇਂ ਵਿਚਾਰ ਦੇ ਦੇਵੇ, ਉਸ ਨਾਲ ਤੁਹਾਡਾ ਬੋਝ ਹੋਰ ਵੱਧ ਜਾਏਗਾ। ਉਂਝ ਹੀ ਤੁਸੀਂ ਕਾਫੀ ਪੀੜਤ ਤੋਂ ਪਰੇਸ਼ਾਨ ਹੋ, ਇਹ ਵਿਚਾਰ ਤੁਹਾਨੂੰ ਹੋਰ ਮੁਸੀਬਤ ਦੇਣਗੇ। ਬੁੱਧ ਦੇ ਕੋਲ ਇੱਕ ਨੌਜਵਾਨ ਪੁੱਜਿਆ। ਉਸਨੇ ਕਿਹਾ, ਮੈਂ ਕੁਝ ਸਵਾਲ ਪੁੱਛਣੇ ਨੇ ਤੁਹਾਡੇ ਤੋਂ। ਤਾਂ ਬੁੱਧ ਨੇ ਕਿਹਾ, ਸਵਾਲ ਦੇ ਜਵਾਬ ਜੇ ਮੈਂ ਦਿਆਂਗਾ ਤਾਂ ਤੇਰੇ ਬੋਝ ਨੂੰ ਹੋਰ ਵਧਾ ਦਿਆਂਗਾ। ਜੇ ਤੂੰ ਬੋਝ ਨੂੰ ਵਧਾਉਣ ਆਇਆ ਮੇਰੇ ਕੋਲ ਤਾਂ ਗੱਲ ਹੋਰ ਹੈ। ਜੇ ਤੂੰ ਬੋਝ ਹੌਲਾ ਕਰਨਾ ਚਾਹੁੰਦਾ ਤਾਂ ਨਾ ਪੁੱਛ, ਨਾ ਜਵਾਬ ਮੰਗ, ਮੇਰੇ ਕੋਲ ਚੁੱਪਚਾਪ ਰਹਿ। ਸਾਲ ਭਰ ਰੁਕ, ਸਾਲ ਭਰ ਮੌਨ ਹੋ, ਸਾਲ ਭਰ ਧਿਆਨ ਕਰ, ਸਾਲ ਭਰ ਸਵਾਲ ਜਵਾਬ ਨਹੀਂ, ਸਾਲ ਭਰ ਬਾਣੀ ਦਾ ਉਪਯੋਗ ਨਹੀਂ, ਸਾਲ ਭਰ ਸ਼ਬਦ ਦਾ ਸੰਬੰਧ ਹੀ ਤੋੜ ਦੇ। ਫਿਰ ਸਾਲ ਭਰ ਪਿੱਛੋਂ ਮੈਥੋਂ ਪੁੱਛੀ, ਫਿਰ ਮੈਂ ਜਵਾਬ ਤੈਨੂੰ ਦਿਆਂਗਾ। ਇਹ ਗੱਲ ਕਹੀ ਬੁੱਧ ਨੇ ਇਸ ਨੌਜਵਾਨ ਨੂੰ। ਉਹਦਾ ਨਾਂ ਸੀ ਮਲੁੰਕ-ਪੁੱਤ, ਸਾਰਪੁੱਤ, ਇੱਕ ਹੋਰ ਸੰਨਿਆਸੀ ਬੁੱਧ ਦਾ। ਇੱਕ ਬ੍ਰਿਕਸ਼ ਦੇ ਹੇਠਾਂ ਬੈਠਾ ਸੀ ਕੋਲ ਹੀ। ਉਹ ਖੜਖੜਾ ਕੇ ਹੱਸਣ ਲੱਗਾ। ਉਸਨੇ ਮਲੁੰਕ-ਪੁੱਤ ਨੂੰ ਕਿਹਾ, ਸਾਵਧਾਨ। ਤਾਂ ਮਲੁੰਕ-ਪੁੱਤ ਬੋਲਿਆ, ਸਮਝ ਨਹੀਂ ਆਉਂਦਾ ਕਿ ਮਾਮਲਾ ਕੀ ਹੈ, ਹੱਸਦਾ ਕਿਉਂ ਹੈ? ਸਾਰਪੁੱਤ ਨੇ ਕਿਹਾ, ਫਸ ਨਾ ਜਾਵੀਂ, ਜੇ ਪੁੱਛਣਾ ਹੋਵੇ ਤਾਂ ਹੁਣੇ ਪੁੱਛ ਲਵੀਂ। ਅਸੀਂ ਵੀ ਐਵੇਂ ਫਸ ਗਏ ਹਾਂ, ਆਏ ਸੀ ਪੁੱਛਣ। ਇਸ ਆਦਮੀ ਦੀ ਗੱਲ ਮੰਨ ਲਈ, ਚੁੱਪ ਹੋ ਕੇ ਬੈਠੇ ਆ। ਸਾਲ ਬੀਤ ਗਿਆ, ਸਵਾਲ ਹੀ ਹੋ ਗਏ। ਉਹ ਵੀ ਅਸ਼ਾਂਤੀ ਦੇ ਹਿੱਸੇ ਸਨ। ਫਿਰ ਇਹ ਆਦਮੀ ਕਹਿੰਦਾ ਕਿ ਪੁੱਛੋ, ਪੁੱਛਣ ਨੂੰ ਕੁਝ ਬਚੇ ਹੀ ਨਹੀਂ। ਪੁੱਛਣਾ ਹੋਵੇ ਤਾਂ ਹੁਣੇ ਪੁੱਛ ਲਵੀਂ, ਸਾਲ ਭਰ ਦਾ ਦਿਲਾਸਾ ਝੂਠਾ ਹੈ। ਬੁੱਧ ਨੇ ਕਿਹਾ, ਮੈਂ ਭਰੋਸਾ ਦਿੰਦਾ, ਦ੍ਰਿੜ ਰਹਾਂਗਾ ਭਰੋਸੇ ਉੱਤੇ। ਹੁਣ ਤੁਸੀਂ ਨਾ ਪੁੱਛੋ ਤਾਂ ਗੱਲ ਵੱਖਰੀ ਹੈ। ਸਾਲ ਭਰ ਬੀਤਿਆ। ਮਲੁੰਕ-ਪੁੱਤ ਚੁੱਪ ਰਿਹਾ, ਧਿਆਨ ਕੀਤਾ, ਮੌਨ ਰਿਹਾ, ਵਿਚਾਰਾਂ ਨਾਲੋਂ ਸੰਬੰਧ ਤੋੜਿਆ, ਚੇਤਨਤਾ ਨਾਲ ਸੰਬੰਧ ਜੋੜਿਆ, ਜਾਣਿਆ ਕਿ ਮੈਂ ਉਹੀ ਹਾਂ, ਸਿਰਫ ਹੋਣਾ ਮਾਤਰ ਹੈ। ਬਾਕੀ ਸਭ ਜੋ ਖਿਆਲ ਹਨ, ਸ਼ਬਦ ਹਨ, ਜੋੜ ਹਨ, ਧਾਰਨਾਵਾਂ ਹਨ, ਉਹ ਮੇਰੇ ਚਾਰ ਚੁਫੇਰੇ ਧੂੜ ਦੀ ਤਰ੍ਹਾਂ ਜੰਮ ਗਈਆਂ ਹਨ। ਉਹ ਵਸਤਰ ਤੋਂ ਵੱਧ ਨਹੀਂ ਹਨ। ਜਿਵੇਂ ਵਸਤਰ ਦੇ ਅੰਦਰ ਨਗਨ ਦੇਹ ਹੈ, ਐਵੇਂ ਵਿਚਾਰਾਂ ਦੇ ਅੰਦਰ ਨਗਨ ਚੇਤਨਾ ਹੈ। ਸਾਲ ਬੀਤਿਆ, ਉਹ ਭੁੱਲ ਹੀ ਗਿਆ। ਪੁੱਛਣ ਦਾ ਦਿਨ ਕਰੀਬ ਆ ਗਿਆ, ਲੇਕਿਨ ਬੁੱਧ ਨਹੀਂ ਭੁੱਲੇ। ਠੀਕ ਸਾਲ ਭਰ ਬੀਤਣ ਤੇ ਐਨ ਉਸੇ ਦਿਨ, ਉਸ ਮੁਹੂਰਤ ਵਿੱਚ ਬੁੱਧ ਨੇ ਕਿਹਾ, ਮਲੁੰਕ-ਪੁੱਤ, ਸਾਲ ਬੀਤ ਗਿਆ, ਹੁਣ ਤੂੰ ਖੜਾ ਹੋ ਜਾ, ਪੁੱਛ ਲੈ ਜੋ ਪੁੱਛਣਾ। ਕੀ ਪੁੱਛਣਾ? ਮਲੁੰਕ-ਪੁੱਤ ਹੱਸਣ ਲੱਗਿਆ। ਉਸਨੇ ਕਿਹਾ, ਸਾਰਪੁੱਤ ਕਿਉਂ ਹੱਸਿਆ ਸੀ, ਹੁਣ ਮੈਂ ਵੀ ਜਾਣ ਗਿਆ। ਪੁੱਛਣ ਨੂੰ ਕੁਝ ਬਚਿਆ ਹੀ ਨਹੀਂ। ਜਵਾਬਾਂ ਦੀ ਹੁਣ ਕੋਈ ਜ਼ਰੂਰਤ ਹੀ ਨਹੀਂ ਹੈ, ਕਿਉਂਕਿ ਜਵਾਬ ਬਾਹਰ ਦੇ ਸਨ। ਹੋਰ ਧੂੜ ਜੰਮ ਜਾਏਗੀ ਜੇ ਮੈਂ ਪੁੱਛਾਂਗਾ। ਚੇਤਨਤਾ ਨਾਲ ਸੰਬੰਧ, ਵਿਚਾਰਾਂ ਨਾਲੋਂ ਸੰਬੰਧ ਨਿਖੇੜ, ਇਹੀ ਬੰਨ ਬਣੇਗਾ ਤੁਹਾਡੇ ਚਾਰ ਚੁਫੇਰੇ। ਹੇ ਸੁੱਖ ਦੁੱਖ ਦੇ ਜੇਤੂ, ਇਸ ਤੋਂ ਪਹਿਲਾਂ ਕਿ ਤੂੰ ਧਿਆਨ ਦੇ ਮਾਰਗ 'ਚ ਸਥਿਰ ਹੋਵੇਂ, ਉਸ ਨੂੰ ਆਪਣਾ ਕਹੇ, ਤੇਰੀ ਆਤਮਾ ਨੇ ਪੱਕੇ ਅੰਬ ਜਿਹੀ ਹੋਣਾ ਹੈ। ਦੂਜਿਆਂ ਦੇ ਦੁੱਖਾਂ ਲਈ ਉਸ ਦੇ ਚਮਕਦਾਰ ਤੇ ਸੁਨਹਿਰੀ ਗੁੱਦੇ ਦੀ ਤਰ੍ਹਾਂ, ਆਪਣੀ ਪੀੜ ਤੇ ਸ਼ੌਂਕ ਦੇ ਲਈ ਉਸ ਦੀ ਪਥਰੀਲੀ ਗੁਠਲੀ ਦੀ ਤਰ੍ਹਾਂ ਹੋਣਾ ਹੈ ਤੂੰ। ਜੀਵਨ ਦਾ ਇੱਕ ਆਮ ਕੁਦਰਤੀ ਨਿਯਮ ਅਤੇ ਬਿਰਤੀ ਹੈ, ਸਾਨੂੰ ਆਪਣੇ ਦੁੱਖ ਤੋਂ ਪੀੜ ਹੁੰਦੀ ਹੈ, ਦੂਜੇ ਦੇ ਸੁੱਖ ਤੋਂ ਦੁੱਖ। ਸਹਿਜ ਅਜਿਹਾ ਹੈ, ਤੁਸੀਂ ਕਿੰਨੇ ਹੀ ਜਤਾਉਂਦੇ ਹੋਵੋ ਕਿ ਦੂਜਿਆਂ ਦੇ ਸੁੱਖ ਵਿੱਚ ਸੁੱਖ ਝੂਠਾ ਹੁੰਦਾ ਹੈ, ਗਹਿਰੇ 'ਚ ਪੀੜ ਹੁੰਦੀ ਹੈ। ਜੇ ਇਹ ਸੱਚ ਹੈ ਤਾਂ ਦੂਜੇ ਦੇ ਸੁੱਖ 'ਚ ਪੀੜ ਹੁੰਦੀ ਹੈ। ਜਦ ਤੁਹਾਡੇ ਗੁਆਂਢ ਵਿੱਚ ਕਿਸੇ ਦਾ ਵੱਡਾ ਮਕਾਨ ਬਣ ਜਾਂਦਾ ਹੈ, ਤੁਹਾਡੇ ਮਿੱਤਰ ਹੋਵੇ ਤਾਂ ਤੁਸੀਂ ਕਹਿੰਦੇ ਹੋ, ਬੜੀ ਖੁਸ਼ੀ ਹੋਈ ਹੈ, ਚੰਗਾ ਮਕਾਨ ਬਣਾ ਲਿਆ। ਲੇਕਿਨ ਆਪਣੇ ਅੰਦਰ ਖੋਜਣਾ, ਤੁਹਾਡੇ ਅੰਦਰ ਕੋਈ ਕੰਡਾ ਚੁੱਭਦਾ ਹੈ, ਦੁੱਖ ਮਨ ਨੂੰ ਘੇਰਦਾ ਹੈ। ਦੂਜੇ ਦੇ ਸੁੱਖ ਵਿੱਚ ਵੀ ਤੁਹਾਨੂੰ ਦੁੱਖ ਹੁੰਦਾ ਹੈ। ਇਸ ਲਈ ਠੀਕ ਤਰ੍ਹਾਂ ਸਮਝ ਲੈਣਾ ਕਿ ਵਿਚਾਰਾਂ ਤੋਂ ਕਿਵੇਂ ਛੁਟਕਾਰਾ ਪਾਉਣਾ ਹੈ, ਕਿਵੇਂ ਧਿਆਨ ਦੇ ਰਾਹ 'ਤੇ ਚੱਲਣਾ ਹੈ, ਕਿਵੇਂ ਤੁਸੀਂ ਆਪਣਾ ਸੁੱਖ ਪ੍ਰਾਪਤ ਕਰਨਾ ਹੈ, ਕਿਵੇਂ ਚੇਤਨਤਾ ਨਾਲ ਸੰਬੰਧ ਜੋੜਨਾ ਹੈ, ਵਿਚਾਰਾਂ ਨਾਲੋਂ ਨਿਖੇੜਨਾ ਹੈ। ਇਹੀ ਬੰਨ ਬਣ ਕੇ
ਧਿਆਨ ਦੇ ਮਾਰਗ 'ਤੇ ਤੋਰੇਗਾ। ਸੋ ਧੰਨਵਾਦ ਜੀ। ਜੇਕਰ ਤੁਹਾਨੂੰ ਓਸ਼ੋ ਦੇ ਵਿਚਾਰ ਪਸੰਦ ਆ ਰਹੇ ਨੇ, ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ, ਨਾਲ ਹੀ ਚੈਨਲ ਨੂੰ ਸਪੋਰਟ ਵੀ ਕਰਿਆ ਕਰੋ। ਮਾफ़ੀ, ਅੱਜ ਕੁਝ ਮਿਸਟੇਕਸ ਹੋ ਗਈਆਂ ਨੇ ਬਾਹਰ ਦੀ ਵਾਤਾਵਰਨ ਦੀ ਡਿਸਟਰਬੈਂਸ ਦੇ ਕਾਰਨ। ਧੰਨਵਾਦ ਜੀ।